मतलब पूरा शरीर साडा हो गया सी, मतलब खराब हो चुका सी। सानू असी साडी जान बच गई बिकॉज बॉम्ब शैलिंग रस्ते च पैसोचिन बॉर्डर जाते जाते भी बहुत साडे ब्लास्ट होए, बहुत दूर दूर तक ब्लास्ट की आवाज़ आती रही। साडे नेड़े भी थोड़ा सा ब्लास्ट होया सी, असी डर गए सी सारे। अद्धे बच्चे कुछ जोड़ा ग्रुप सी, अद्धे बच्चे पिछे सैपरेट हो गए, मतलब जो पिछों आते पे सी ना, बहुत लंबी लाइन सी वो बच्चों की। जो पिछे वाले बच्चे सी वो पिछे जे रह गए थोड़े जे, बिकॉज जो एकदम ब्लास्ट हो गया। ਅਸੀਂ ਉੱਥੇ पहुँचे रेलवे स्टेशन 3 किलोमीटर तुर के ਅਸੀਂ ਉੱਥੋਂ गए। ਉੱਥੇ ਜਦੋਂ रेलवे स्टेशन पहुँचे बिल्कुल सारा ओपन एरिया सी। ਜਦੋਂ ਅਸੀਂ ਖਾਰਕਿਵ स्टेशन पहुँचे ਉੱਥੇ ना एकदम बॉम्ब ब्लास्ट हो गए ਸਾਡੇ ਸਾਹਮਣੇ बॉम्ब ब्लास्ट हो गए। ਅਸੀਂ ਸਭ ਨੇ ਇੱਕ ਦੂਜੇ ਦਾ ਹੱਥ ਪਕੜ ਲਏ ਕਿਉਂਕਿ ਸਾਰੇ 500 ਬੱਚਾ ਸੀਗਾ, ਬਹੁਤ ਬੱਚਾ ਸੀ। ਸਾਡੇ ਸਾਹਮਣੇ बॉम्ब ब्लास्ट ਹੋ ਰਹੇ ਸੀ। ਅਸੀਂ ਭੱਜ ਕੇ ਨੀਚੇ ਮੈਟਰੋ 'ਚ ਵੜੇ। ਸਾਡੀ ਵਾਰੇ ਆਈ ਜਦੋਂ ਉੱਥੇ ਯੂਕਰੇਨੀਅਨ ਸੀ ਪਿੱਛੇ, ਜਿਹੜੇ ਟ੍ਰੇਨ ਸਟੇਸ਼ਨ ਦੇ ਹਾਲ ਸੀ, ਸਾਰੇ ਯੂਕਰੇਨੀਅਨਸ ਉੱਥੋਂ ਬਾਹਰ ਨਿਕਲ ਕੇ ਉਹਨਾਂ ਨੇ ਸਾਡੇ ਨਾਲ ਲੜਾਈ ਕਰਨੀ ਸ਼ੁਰੂ ਕਰਤੀ। ਉੱਥੇ ਉਹ ਬੋਗੀ 'ਚ ਕਿਸੇ ਨੂੰ ਵੜਨ ਨਹੀਂ ਦੇ ਰਹੇ ਸੀ ਬਿਲਕੁਲ ਵੀ। ਉਹਨਾਂ ਨੇ ਸਾਨੂੰ ਬਹੁਤ ਮਾਰਿਆ। ਅਸੀਂ ਬੋਗੀ 'ਚ ਚੜ੍ਹਨ ਲੱਗੇ, ਉਹਨਾਂ ਨੇ ਸਾਨੂੰ ਬਹੁਤ ਧੱਕੇ ਮਾਰੇ। ਉੱਥੇ ਯੂਕਰੇਨੀਅਨਸ ਉਹਨਾਂ ਨੇ ਹੱਥ 'ਚ ਬੇਬੀ ਪਕੜੇ ਹੋਏ ਸੀ ਬਹੁਤ ਜ਼ਿਆਦਾ, ਮਤਲਬ ਬੱਚਿਆਂ ਦੇ ਕਰਕੇ ਉਹ ਸਾਨੂੰ ਵੜਨ ਨਹੀਂ ਦੇ ਰਹੇ ਸੀ। ਪਹਿਲਾਂ ਤਾਂ ਬੱਚੇ ਇੰਡੀਅਨਸ ਸੀਗੇ, ਅਗਰ ਜਾਣਾ ਵੀ ਸੀ ਪਹਿਲਾਂ ਗਰਲਸ ਜਾਂਦੇ ਸੀ, ਫਿਰ ਬॉयज़। ਸੋ ਕਿਸੇ ਨੇ ਵੜਨ ਨਹੀਂ ਦਿੱਤਾ। ਉੱਥੇ ਜਦੋਂ ਮੈਂ ਚੜ੍ਹੀ ਮੈਨੂੰ ਉਹਨਾਂ ਨੇ ਸਿਰ 'ਤੇ ਡੰਡਾ ਮਾਰਿਆ ਮੇਰੇ। ਸਾਨੂੰ ਇੰਡੀਅਨ ਅੰਬੈਸੀ ਵੱਲੋਂ ਮੈਸੇਜ ਆ ਗਿਆ ਕਿ ਖਾਰਕਿਵ 6 ਵਜੇ ਤੱਕ ਖਾਲੀ ਕਰਨਾ ਹੈ, ਅਤੇ ਉਸ ਟਾਈਮ 3 ਵੱਜ ਚੁੱਕੇ ਸੀ। ਸਾਡੇ ਕੋਲ ਓਨਲੀ 3 ਘੰਟੇ ਸੀ। ਅਸੀਂ ਮਤਲਬ ਉਸ ਟਾਈਮ ਬਿਲਕੁਲ ਪ੍ਰੋਪਰ ਸਿਚੁਏਸ਼ਨ 'ਚ ਫਸ ਚੁੱਕੇ ਸੀ, ਕਿਉਂਕਿ ਸਾਨੂੰ ਇਹ ਨਹੀਂ ਪਤਾ ਸੀ ਅਗਰ 3 ਘੰਟੇ 'ਚ ਅਗਰ ਖਾਲੀ ਵੀ ਕਰਨਾ, ਅਗਰ ਉੱਪਰ ਜਾਂਦੇ ਹਾਂ ਤਾਂ ਬਹੁਤ ਗੰਦੀ ਸ਼ੈਲਿੰਗ ਹੋ ਰਹੀ ਹੈ, ਅਗਰ ਇੱਥੇ ਰਹਿੰਦੇ ਹਾਂ ਤਾਂ ਖਾਰਕਿਵ ਖਤਮ ਹੋ ਰਿਹਾ। ਸੋ ਸਾਡੇ ਕੁਝ ਫਰੈਂਡਸ ਉੱਪਰ ਜਾ ਕੇ ਦੇਖ ਕੇ ਆਏ ਵੀ ਕੀ ਸੀਨ ਹੈ। ਉਹ ਜਦੋਂ ਉੱਪਰੋਂ ਵਾਪਸ ਆਏ ਤਾਂ ਬੱਚੇ ਰੋਂਦੇ ਵਾਪਸ ਆ ਗਏ ਕਿ ਉੱਪਰ ਬਹੁਤ ਜ਼ਿਆਦਾ ਬਲਾਸਟ ਹੋ ਰਿਹਾ, ਹੱਦ ਤੋਂ ਵੱਧ। ਫਿਰ ਸਾਡੇ ਕੋਲ ਆਪਸ਼ਨ ਨਹੀਂ ਸੀ, ਅਸੀਂ ਸਭ ਨੇ ਇੱਕ ਦੂਜੇ ਦਾ ਹੱਥ ਪਕੜਿਆ। ਅਸੀਂ ਕਿਹਾ ਰਿਸਕ ਤਾਂ ਲੈਣਾ ਹੀ ਪੈਣਾ। ਅਸੀਂ ਉੱਥੋਂ ਭੱਜ ਕੇ, ਮਤਲਬ ਪੂਰੀ ਸਪੀਡ ਨਾਲ ਅਸੀਂ ਭੱਜ ਕੇ ਟ੍ਰੇਨ ਸਟੇਸ਼ਨ ਪਹੁੰਚੇ। ਉੱਥੋਂ ਅਸੀਂ ਟ੍ਰੇਨ ਪਕੜੀ। ਉੱਥੋਂ ਪ੍ਰੋਬਲਮ ਕੀ ਹੋ ਗਈ, ਉੱਥੇ ਸਾਰੇ ਜਿਹੜੇ 5-6 ਟ੍ਰੇਨਾਂ ਸੀ ਉੱਥੋਂ ਨਿਕਲ ਗਈਆਂ। ਉੱਥੇ ਉਹਨਾਂ ਨੇ ਵਿੱਚ ਰੌਲਾ ਪਾਤਾ ਕਿ ਜਿਹੜੀ ਆਹ ਟ੍ਰੇਨ ਹੈਗੀ ਹੈ ਇਹ ਲਵੀਵ ਨੂੰ ਨਹੀਂ ਜਾਂਦੀ। ਉੱਥੇ TC ਨੇ ਵੀ ਸਾਨੂੰ ਝੂਠ ਮਾਰਤਾ ਕਿ ਇਹ ਟ੍ਰੇਨ ਪਾਲਟੋਵਾ ਦੀ ਜਾਂਦੀ ਹੈ। ਉਹਨਾਂ ਨੇ ਸਾਨੂੰ ਬਹੁਤ ਗੁੰਮਰਾਹ ਕੀਤਾ। ਜਦੋਂ ਅਸੀਂ ਟ੍ਰੇਨ ਸਟੇਸ਼ਨ ਪਹੁੰਚੇ, ਯੂਕਰੇਨੀਅਨਸ ਨੇ ਪਤਾ ਸੀ ਵੀ ਇੰਡੀਅਨਸ ਆ ਰਹੇ ਹੈਗੇ, ਉਹਨਾਂ ਨੇ ਸਾਨੂੰ ਇੰਨਾ ਗੁੰਮਰਾਹ ਕੀਤਾ ਕਿ ਅਗਰ ਟ੍ਰੇਨ ਸਹੀ ਵੀ ਜਾ ਰਹੀ ਸੀ, ਉਹਨਾਂ ਨੇ ਸਾਨੂੰ ਇਹ ਵੀ ਗਲਤ ਦੱਸੀ ਕਿ ਇਹ ਟ੍ਰੇਨ ਦੂਸਰੀ ਸਾਈਡ ਜਾ ਰਹੀ ਹੈ, ਕਿ ਅਸੀਂ ਉੱਥੇ ਨਾ ਜਾ ਪਾਈਏ। ਅਸੀਂ ਟ੍ਰੇਨ ਪਕੜਦੇ ਰਹਿ ਗਏ। ਅੱਧੇ ਬੱਚਿਆਂ ਨੇ ਟ੍ਰੇਨਾਂ ਮਿਸ ਕਰਤੀਆਂ। ਸਾਡੇ ਸਾਹਮਣੇ 5-6 ਟ੍ਰੇਨਾਂ ਲੰਘ ਚੁੱਕੀਆਂ ਸੀ, ਇੱਕ ਵੀ ਟ੍ਰੇਨ ਨਹੀਂ ਚੜ੍ਹ ਪਾਏ। ਉਸ ਤੋਂ ਬਾਅਦ ਸਾਡੀ ਹਾਲਤ ਇੰਨੀ ਜ਼ਿਆਦਾ ਖਰਾਬ ਸੀ ਕੁਛ ਨਹੀਂ ਖਾਧਾ ਸੀ 2 ਦਿਨ ਦਾ। ਅਸੀਂ ਸਿਰਫ ਸੁਬਾਹ ਤੋਂ ਲੈ ਕੇ ਰਾਤ ਤੱਕ ਟਰੈਵਲ ਹੀ ਕਰੀ ਜਾ ਰਹੇ ਸੀ, ਮਤਲਬ ਭੱਜੀ ਹੀ ਜਾ ਰਹੇ ਸੀ ਇੱਧਰ ਤੋਂ ਉੱਧਰ। ਫਿਰ ਅਸੀਂ ਗਰੁੱਪ ਬਣਾ ਕੇ ਉਹਨਾਂ ਏਰੀਆਜ਼ ਦੇ ਵਿੱਚ ਅਸੀਂ 13 ਕਿਲੋਮੀਟਰ ਨੌਨ ਸਟਾਪ 6 ਘੰਟੇ ਵੋਕਿੰਗ ਕਰਦੇ ਰਹੇ, ਬਿਨਾਂ ਖਾਧੇ ਪੀਤੇ, ਮਤਲਬ ਬਿਨਾਂ ਪਿਆਸੇ। ਸਾਡੀ ਹਾਲਤ ਐਸੀ ਸੀ ਕਿ ਅਗਰ ਅਸੀਂ 1 ਮਿੰਟ ਬੈਠ ਜਾਈਏ ਨਾ ਸਾਨੂੰ ਬਹੁਤ ਸ਼ਾਂਤੀ ਮਿਲ ਜੂ, ਮਤਲਬ ਇੰਨੀ ਬੁਰੀ ਹਾਲਤ ਸੀ। ਅਸੀਂ 13 ਕਿਲੋਮੀਟਰ ਟਰੈਵਲ ਕਰਦੇ ਖਾਰਕਿਵ ਤੋਂ ਪੈਸੋਚਿਨ ਬਾਰਡਰ ਪਹੁੰਚੇ। ਉੱਥੇ ਹੋਸਟਲ 'ਚ ਕਿਤੇ ਅਸੀਂ ਹੋਸਟਲ 'ਚ ਰੁਕੇ ਰਾਤ, ਅਤੇ ਅਸੀਂ ਉਸੇ 2 ਦਿਨ ਰੁਕੇ ਹੋਸਟਲ 'ਚ। ਸੋ ਨੈਕਸਟ ਡੇ ਸਾਡੀ ਬੱਸਿਸ ਅਰੇਂਜ ਹੋ ਗਈਆਂ। ਉੱਥੇ ਵੀ ਬਲਾਸਟ ਹੋ ਰਹੇ ਸੀ, ਸਾਨੂੰ ਰੂਮਸ 'ਚ ਆਵਾਜ਼ ਆ ਰਹੀ ਸੀ। 1 ਕਿਲੋਮੀਟਰ ਏਰੀਆ ਦੇ ਅੰਡਰ ਜਿਹੜਾ ਮਤਲਬ ਬਲਾਸਟ ਹੋ ਰਿਹਾ ਸੀ, ਸਾਨੂੰ ਉੱਥੋਂ ਤੱਕ ਆਵਾਜ਼ ਆ ਰਹੀਆਂ ਸੀ। ਫਿਰ ਅਸੀਂ ਉੱਥੇ ਸਾਨੂੰ ਫਿਰ ਵੀ ਕੁਛ ਇੱਕਦਮ ਖਾਣ ਨੂੰ ਨਹੀਂ ਮਿਲਿਆ। ਸਾਨੂੰ ਨੌਨ ਵੈਜ ਹੀ ਦਿੱਤਾ ਗਿਆ ਉੱਥੇ, ਕਿਉਂਕਿ ਕੁਛ ਨਹੀਂ ਸੀ ਸਾਡੇ ਕੋਲ ਖਾਣ ਨੂੰ। ਐਟਲੀਸਟ ਕੁਛ ਤਾਂ ਮਿਲਿਆ, ਜੋ ਵੀ ਸੂਪ ਵਗੈਰਾ ਦਿੱਤਾ। ਅਸੀਂ ਉੱਥੋਂ ਨਿਕਲ ਕੇ ਫਿਰ ਅਸੀਂ ਉੱਥੋਂ ਬੱਸ ਪਕੜੀ। ਉੱਥੇ 2 ਬੱਸਿਸ ਸੀ। ਜਦੋਂ ਬੱਸਿਸ ਪਕੜਨ ਲੱਗੇ ਉਸ ਟਾਈਮ ਫਿਰ ਬਲਾਸਟ ਹੋ ਗਿਆ। ਸੋ ਬੱਸ ਪਕੜਦੇ ਫਿਰ ਅਸੀਂ ਕਿਵੇਂ ਨਾ ਕਿਵੇਂ ਬੱਸ ਪਕੜ ਕੇ ਅਸੀਂ ਉੱਥੇ ਪਹੁੰਚ ਗਏ ਟਰਨੋਪਿਲ। ਮੇਰੇ ਕੁਝ ਫਰੈਂਡਸ ਲਵੀਵ ਪਹੁੰਚ ਗਏ, ਪੋਲੈਂਡ ਬਾਰਡਰ ਪਾਰ ਕਰ ਗਏ। ਅਸੀਂ ਟਰਨੋਪਿਲ ਪਹੁੰਚੇ। ਫਿਰ ਅਸੀਂ ਉੱਥੋਂ ਰੋਮਾਨੀਆ ਬਾਰਡਰ ਪਹੁੰਚੇ। ਰੋਮਾਨੀਆ ਬਾਰਡਰ ਵੇਲੇ ਮਤਲਬ ਇੰਨੀ ਕੁ ਜ਼ਿਆਦਾ ਠੰਡ ਸੀ, ਸਾਡਾ ਪੂਰਾ ਸਰੀਰ ਫਰੀਜ਼ ਕਰ ਚੁੱਕਾ ਸੀ ਉਸ ਟਾਈਮ। ਅਸੀਂ ਬਸ ਫਿਰ ਉੱਥੇ ਸਾਨੂੰ ਥੋੜ੍ਹੀ ਦੇਰ ਅਸੀਂ ਸਮਾਨ ਲਿੱਤਾ ਖਾਣ ਦਾ, ਕਿਉਂਕਿ ਅਸੀਂ 5-6 ਦਿਨਾਂ ਦਾ ਕੁਛ ਨਹੀਂ ਖਾਇਆ ਸੀ, ਕੁਛ ਵੀ ਨਹੀਂ ਖਾਇਆ ਸੀ। ਮੇਰੀ ਤਾਂ ਉਹ ਹਾਲਤ ਸੀ ਕਿ ਬਸ 'ਚ ਮੈਨੇ 4 ਘੰਟੇ ਦੇ ਦੌਰਾਨ 1 ਬਿਸਕਿਟ ਖਾਇਆ, ਉਹਦੇ ਉੱਪਰ ਪਾਣੀ ਪੀ ਲਿਆ ਕਿ ਸ਼ਾਇਦ ਅਗਲੇ 4 ਘੰਟੇ ਨਿਕਲ ਜਾਣ ਸਾਡੇ। ਸੋ ਆਹ ਹਾਲਤ ਸੀ ਮੇਰੇ ਕੋਲ। ਮੇਰੇ ਬੈਗ 'ਚ ਵੀ ਮੇਰੇ ਬੈਗ 'ਚ ਵੀ ਥੋੜ੍ਹੇ ਬਿਸਕਿਟ ਪਏ, ਨਿੱਕੇ ਬਿਸਕਿਟ ਆ। ਮੈਨੂੰ ਪਤਾ ਮੈਂ ਕਿਵੇਂ ਖਾ ਕੇ ਗੁਜ਼ਾਰਾ ਕੀਤਾ। ਬੱਚੇ ਇੱਕ ਦੂਸਰੇ ਤੋਂ ਦੀ ਅੰਬੈਸੀ ਨੇ ਉਹਨਾਂ ਨੂੰ ਬੁਲਾ ਲਿਆ ਸੀ ਐਂਡ ਉਹ ਚਲੇ ਵੀ ਗਏ ਸੀ।
US ਵਾਲਿਆਂ ਨੇ ਵੀ ਬੁਲਾ ਲਿਆ ਸੀ ਉਹਨਾਂ ਨੂੰ, ਬਿਕੋਜ਼ ਉਹਨਾਂ ਨੂੰ ਇਹ ਸੀ ਕਿ ਹੁਣ ਵਾਰ ਹੋਣੀ ਹੈ। ਸਾਡੇ ਇੰਡੀਅਨ ਪਤਾ ਨਹੀਂ ਸਾਨੂੰ ਅਜੇ ਇੰਨਾ ਇਨਫੋਰਮੇਸ਼ਨ ਨਹੀਂ ਦਿੱਤੀ ਉਹਨਾਂ ਨੇ। ਅਗਰ ਉਹ ਸਾਨੂੰ ਕਹਿ ਦਿੰਦੇ ਕਿ ਤੁਸੀਂ ਆ ਜਾਓ ਇੰਡੀਆ ਵਾਪਸ, ਅਸੀਂ ਉਸੇ ਟਾਈਮ ਹੀ ਆ ਜਾਂਦੇ। ਸਾਨੂੰ ਇੰਨੀ ਇਨਫੋਰਮੇਸ਼ਨ ਕਿਸੇ ਨੇ ਪ੍ਰੋਵਾਈਡ ਨਹੀਂ ਕੀਤੀ, ਸਾਰੇ ਬੱਚੇ ਖੁਦ 'ਚ ਉਲਝੇ ਰਹਿ ਗਏ ਕੁਛ। ਲੇਕਿਨ ਅਸੀਂ 27 ਦੀ ਫੇਰ ਵੀ ਟਿਕਟ ਕਰਾਈ ਸੀ। ਆਰਮੀ ਨੇ ਸਾਡੇ ਤੇ ਗਨ ਕਰਨੀ, ਮਤਲਬ ਉਹਨਾਂ ਨੇ ਗਨ ਉੱਪਰ ਚੱਕ ਲਈ ਸੀ ਬਿਲਕੁਲ, ਮਤਲਬ ਫਾਇਰਿੰਗ ਕਰਨ ਵਾਲੇ ਸੀ। ਉਸ ਟਾਈਮ ਕਿਸੇ ਨੇ ਇੰਡੀਅਨ ਫਲੈਗ ਦਿਖਾਇਆ ਉਹਨਾਂ ਨੂੰ, ਇੰਡੀਅਨ ਫਲੈਗ, ਬਿਕੋਜ਼ ਅਸੀਂ ਇੰਡੀਅਨਸ ਹੈ। ਉਹਨਾਂ ਨੇ ਸਾਡੇ 'ਤੇ ਫਾਇਰਿੰਗ ਕਰਨੀ, 1 ਸੈਕਿੰਡ ਦਾ ਟਾਈਮ ਸੀ, ਅਗਰ ਉਹ ਨਾ ਦਿਖਾਉਂਦੇ ਸ਼ਾਇਦ ਉਸ ਟਾਈਮ ਸਾਡੇ 'ਤੇ ਫਾਇਰਿੰਗ ਹੋ ਜਾਂਦੀ, ਸਭ ਪੂਰੇ ਗਰੁੱਪ 'ਤੇ। ਉਹ ਬਹੁਤ ਹੀ ਸਕੇਰੀ ਸਿਚੁਏਸ਼ਨ ਸੀ ਉਸ ਟਾਈਮ, ਬਿਲਕੁਲ ਸਾਡੀ ਜਾਨ 'ਤੇ ਸੀ ਉਹ। ਆਈ ਥਿੰਕ ਇਸ ਟਾਈਮ ਸਾਨੂੰ ਭਗਵਾਨ ने ही बचा लिया। अगर 3 महीने पहले डॉक्टर बनने का सपना लिए यूक्रेन गई रामपुरा फूल निवासी अमित शर्मा की बेटी लिक्षिका शर्मा यूक्रेन तथा रूस के बीच शुरू हुए युद्ध के सोमवार रात किसी तरह सुरक्षित अपने घर वापस पहुंची तो परिवार सहित शहरवासियों द्वारा उसका गर्मजोशी से स्वागत किया गया। थाना सिटी रामपुरा के प्रभारी विक्रमजीत सिंह चौहान तथा नगर काउंसिल रामपुरा फूल के पूर्व अध्यक्ष सुनील बिट्टा ने लिक्षिका के घर पहुंचकर उसके सकुशल वापस लौटने पर खुशी जताई तथा उसके बेहतर भविष्य की कामना की। शर्मा, मैं खारकिव इंटरनेशनल मेडिकल यूनिवर्सिटी, इट्स माई फर्स्ट ईयर दी मेडिकल स्टूडेंट। सो उस टाइम ਜਦੋਂ ਵਾਰ ਚੱਲ ਰਹੀ ਸੀ, ਸਾਨੂੰ ਨਿਊਜ਼ ਮਿਲੀ ਕਿ ਕੀਵ 'ਚ ਬਲਾਸਟ ਹੋ ਗਿਆ। ਸੋ ਅਸੀਂ ਜਿੰਨੇ ਵੀ ਬੱਚੇ ਸੀ ਸਟਾਕ ਵਗੈਰਾ ਇਕੱਠਾ ਕਰਕੇ ਅਸੀਂ ਬੰਕਰਸ ਚਲੇ ਗਏ ਨੀਚੇ। ਸਾਨੂੰ ਹਫਤੇ ਭਰ ਉਹਨਾਂ ਨੇ ਬੰਕਰਸ ਰੱਖਿਆ ਅਤੇ ਆਊਟਡੋਰ ਬਹੁਤ ਜ਼ਿਆਦਾ ਬਲਾਸਟ ਹੋ ਰਹੇ ਸੀ, ਮਤਲਬ ਬੋਂਬ ਸ਼ੈਲਿੰਗ ਹੁੰਦੀ ਪਈ ਸੀ ਬਾਹਰ। ਅਸੀਂ ਨੀਚੇ ਬੈਠੇ, ਸਿਰਫ ਆਵਾਜ਼ਾਂ ਹੀ ਆਉਂਦੀਆਂ ਪਈਆਂ ਸੀ ਸਾਨੂੰ। ਅਸੀਂ ਡਰ ਕੇ, ਅਸੀਂ ਬਹੁਤ ਜ਼ਿਆਦਾ ਡਰ ਕੇ ਬੈਠੇ ਹੋਏ ਸੀ, ਬਿਕੋਜ਼ ਸਾਡੀ ਹੋਸਟਲ 'ਤੇ ਵੀ ਬਲਾਸਟ ਹੋ ਸਕਦਾ ਸੀ। ਐਂਡ ਸਾਨੂੰ ਜਿੱਥੇ ਅਸੀਂ ਖਾਣਾ ਵਗੈਰਾ ਖਾਣ ਜਾਂਦੇ ਸੀ ਉਸ ਦੀ ਸਾਹਮਣੇ ਵਾਲੀ ਬਿਲਡਿੰਗ 'ਤੇ ਵੀ ਬਲਾਸਟਾਂ ਦੀ ਉਡਾਤੀ ਹੋਈ। ਮਤਲਬ ਸਾਨੂੰ ਇੰਨੀਆਂ ਟੈਰੀਫਿਕ ਨਿਊਜ਼ਸ ਮਿਲੀਆਂ ਉੱਥੇ ਬੈਠੇ ਬੈਠੇ। ਸੋ ਸਾਡੇ ਕੋਲ ਹੁਣ ਆਪਸ਼ਨ ਨਹੀਂ ਸੀ, ਸਾਡੇ ਕੋਲ ਹਫਤੇ ਤੋਂ ਜ਼ਿਆਦਾ ਟਾਈਮ ਹੋ ਗਿਆ ਸੀ। ਸੋ ਵੀ ਸ਼ੁਡ ਡਿਸਾਈਡ ਕਿ ਸਾਨੂੰ ਨਿਕਲਣਾ ਹੀ ਪੈਣਾ ਕਿਵੇਂ ਨਾ ਕਿਵੇਂ, ਸੇਫਟੀ ਲੈ ਕੇ। ਸੋ ਸਾਡੇ ਹੋਸਟਲ ਵਾਲੇ ਨੇ, ਜਿੰਨੇ ਵੀ ਬੱਚੇ ਸੀ ਸਭ ਇਕੱਠੇ ਹੋ ਕੇ ਅਸੀਂ ਨਿਕਲ ਗਏ। ਰੇਲਵੇ ਸਟੇਸ਼ਨ ਪਹੁੰਚਣ 'ਤੇ ਬਲਾਸਟ ਹੋਣੇ ਸ਼ੁਰੂ ਹੋ ਗਏ। ਉੱਥੇ ਜਿੰਨੇ ਵੀ ਬੱਚੇ ਸੀ ਜਿਵੇਂ ਨਾਲ ਪਹੁੰਚ ਗਏ ਮੈਟਰੋ ਦੇ ਵਿੱਚ। ਮੈਟਰੋ 'ਚ ਧੱਕਾ ਮੁੱਕੀ ਬਹੁਤ ਹੋਈ, ਰੇਲਵੇ ਸਟੇਸ਼ਨ 'ਤੇ ਬਹੁਤ ਧੱਕਾ ਮੁੱਕੀ ਹੋਈ। ਉਹਨਾਂ ਨੇ ਸਾਡੇ ਡੰਡੇ ਮਾਰੇ, ਉਹਨਾਂ ਨੇ ਸਾਨੂੰ ਬੋਗੀਆਂ 'ਚ ਵੜਨ ਨਹੀਂ ਦਿੱਤਾ ਬਿਲਕੁਲ ਵੀ। ਸੋ ਮੇਰੇ ਵੀ ਮਾਰਿਆ ਉਹਨਾਂ ਨੇ, ਥੋੜ੍ਹਾ ਜਿਹਾ ਮੇਰੀ ਵੀ ਲੱਗੀ। ਸੋ ਕੁਝ ਕੁ ਬੱਚੇ ਚੜ੍ਹ ਗਏ ਉਸ ਟਾਈਮ, ਕੁਝ ਬੱਚੇ ਸੈਪਰੇਟ ਹੋ ਗਏ ਸੀ ਸਾਡੇ ਗਰੁੱਪ ਵਾਲੇ, ਕੁਝ ਟੀਚਰ ਸਭ ਅਲੱਗ-ਅਲੱਗ ਹੋ ਗਏ ਸੀ, ਬਿਕੋਜ਼ ਉੱਥੇ ਸਾਡੀ ਜਾਨ ਬਚਾਉਣੀ ਬਹੁਤ ਜ਼ਰੂਰੀ ਸੀ। ਉਸ ਟਾਈਮ ਸਾਡੇ 'ਤੇ ਫਾਇਰਿੰਗ ਵੀ ਹੋ ਸਕਦੀ ਸੀ, ਬਲਾਸਟ ਵੀ ਹੋ ਸਕਦਾ ਸੀ। ਸਾਡੇ ਨੇੜੇ ਤੇੜੇ ਬਹੁਤ ਕੁਝ ਹੋ ਰਿਹਾ ਸੀ ਉਸ ਟਾਈਮ, ਬਿਲਕੁਲ ਨੇੜੇ ਸੀ ਉਸ ਟਾਈਮ। ਸੋ ਅਸੀਂ ਕਿਵੇਂ ਨਾ ਕਿਵੇਂ ਅਸੀਂ ਟ੍ਰੇਨ ਪਕੜੀ। ਕੁਛ ਜੋ ਅਸੀਂ ਸਾਹਮਣੇ ਜੋ ਟ੍ਰੇਨ ਪਕੜਨ ਲੱਗੇ, ਸਾਡੇ ਸਾਹਮਣੇ 4 ਟ੍ਰੇਨਾਂ ਮਿਸ ਹੋ ਗਈਆਂ। ਅਸੀਂ ਟ੍ਰੇਨ ਪਕੜਦੇ ਰਹਿ ਗਏ। ਯੂਕਰੇਨੀਅਨਸ ਨੇ ਸਾਨੂੰ ਬਹੁਤ ਗੁੰਮਰਾਹ ਕੀਤਾ ਕਿ ਇਹ ਗਲਤ, ਸਾਨੂੰ ਲਵੀਵ ਦੀ ਟ੍ਰੇਨ ਪਾਲਟੋਵਾ ਦੀ ਦੱਸਦੀ, ਉੱਧਰਲੀ ਟ੍ਰੇਨ ਉੱਧਰਲੀ ਦੱਸੀ। ਅਗਰ ਸਹੀ ਟ੍ਰੇਨ ਪਕੜ ਲੈਂਦੇ ਸ਼ਾਇਦ ਅਸੀਂ ਪਹੁੰਚ ਜਾਂਦੇ। ਅਸੀਂ ਟ੍ਰੇਨ ਦੇ ਚੱਕਰ 'ਚ ਅਸੀਂ ਅੱਧਾ ਟਾਈਮ ਉੱਥੇ ਸਾਰਾ ਦਿਨ ਨਿਕਲ ਗਿਆ। ਫਿਰ ਅਸੀਂ ਪੂਰਾ ਗਰੁੱਪ ਬਣਾ ਕੇ ਪੈਸੋਚਿਨ ਬਾਰਡਰ ਗਏ, 13 ਕਿਲੋਮੀਟਰ ਟਰੈਵਲ ਕਰਕੇ। ਮਤਲਬ ਸਾਡੇ ਲੱਤਾਂ ਬਿਲਕੁਲ ਜਾਮ ਹੋ ਚੁੱਕੀਆਂ ਸੀ, ਅਕੜ ਚੁੱਕੀਆਂ ਸੀ। ਅਸੀਂ ਫਿਰ ਵੀ ਅਸੀਂ ਸਵੇਰ ਤੋਂ ਲੈ ਕੇ ਰਾਤ ਤੱਕ ਚੱਲਦੇ ਹੀ ਰਹੇ। ਫਿਰ ਸਾਨੂੰ ਉੱਥੇ ਸਟੇ ਵਗੈਰਾ ਕਰਾਈ, ਸਾਨੂੰ ਉੱਥੇ ਖਾਣ ਪੀਣ ਨੂੰ ਵੀ ਕੁਝ ਨਹੀਂ ਮਿਲਿਆ। ਮੈਨੇ ਇੱਕ ਬਿਸਕਿਟ, ਸਿਰਫ ਓਨਲੀ ਬਿਸਕਿਟ ਦਾ ਸਿਰਫ ਇੱਕ ਟੁਕੜਾ, ਉਸ 'ਤੇ ਗੁਜ਼ਾਰਾ ਕੀਤਾ ਪਾਣੀ ਪੀ ਕੇ, ਬਿਕੋਜ਼ ਆਈ ਹੈਵ ਟੂ ਸਰਵਾਈਵ ਫॉर ਦ ਨੈਕਸਟ ਆਵਰਸ। ਉਸ ਤੋਂ ਬਾਅਦ ਸਾਨੂੰ ਉੱਥੇ ਉਹਨਾਂ ਨੇ ਬੱਸ ਪਕੜੀ, ਕੁਛ ਲਵੀਵ ਜਾ ਰਹੇ ਸੀ, ਕੁਛ ਉੱਥੋਂ ਟਰਨੋਪਿਲ ਦੀ ਬੱਸ ਸੀ, ਕੁਛ ਅਲੱਗ-ਅਲੱਗ ਬੱਸਿਸ ਜਾ ਰਹੀਆਂ ਸੀ। ਸੋ ਸਾਡੇ ਸੀਨੀਅਰ ਸੀ, ਉਹਨਾਂ ਨੂੰ ਤਾਂ ਮਤਲਬ ਬੱਸਿਸ ਮਿਲੀਆਂ ਨਹੀਂ। ਸਾਡੇ ਫਸਟ ਈਅਰ ਵਾਲਿਆਂ ਨੂੰ ਬੱਸ ਦਿੱਤੀ, ਉਹਨਾਂ ਨੇ ਸਾਡੇ ਤੋਂ ਬੱਸ ਪ੍ਰੋਵਾਈਡ ਕਰਾ ਕੇ ਅਸੀਂ ਫਿਰ ਟਰਨੋਪਿਲ ਪਹੁੰਚੇ। ਉੱਥੋਂ ਟਰਨੋਪਿਲ ਤੋਂ ਰੋਮਾਨੀਆ ਬਾਰਡਰ ਬਿਲਕੁਲ ਨੇੜੇ ਸੀ। ਸੋ ਅਸੀਂ ਉੱਥੋਂ ਤੋਂ ਰੋਮਾਨੀਆ ਬਾਰਡਰ ਪਹੁੰਚੇ। ਉੱਥੇ ਬਾਰਡਰ 'ਤੇ ਬਹੁਤ ਜ਼ਿਆਦਾ ਠੰਡ ਸੀ, ਇੰਨੇ ਜ਼ਿਆਦਾ ਠੰਡ, ਫਰੀਜ਼ ਹੋ ਗਏ ਸੀ ਅਸੀਂ ਬਿਲਕੁਲ। ਬਟ ਫਿਰ ਵੀ ਅਸੀਂ ਚੱਲ ਰਹੇ। ਬਾਰਡਰ 'ਤੇ ਚੈਕਿੰਗ ਵਗੈਰਾ ਹੋਈ, ਅਸੀਂ ਬਾਰਡਰ ਪਾਰ ਕਰਕੇ ਫਿਰ ਸਾਨੂੰ ਉੱਥੋਂ ਉਹਨਾਂ ਨੇ ਫਲਾਈਟ ਕਰਵਾ ਕੇ ਫਿਰ ਅਸੀਂ ਫਸਟ ਸਿਚੁਏਸ਼ਨ ਤਾਂ ਜਦੋਂ ਅਸੀਂ ਮੈਟਰੋ ਦੇ ਵਿੱਚ ਵੜੇ, ਸਾਨੂੰ ਇੰਡੀਅਨ ਐਮਬੈਸੀ ਨੇ ਮੈਸੇਜ ਪਾਤਾ ਸੀ ਕਿ 6 ਵਜੇ ਤੱਕ ਖਾਰਕਿਵ ਖਾਲੀ ਕਰਨਾ ਹੈ। ਸੋ ਵੀ ਹੈਵ, ਸਾਡੇ ਕੋਲ ਬਿਲਕੁਲ 3 ਘੰਟੇ ਸੀ। ਅਗਰ ਅਸੀਂ ਖਾਰਕਿਵ ਖਾਲੀ ਕਰਦੇ, ਅਸੀਂ ਉੱਪਰ ਜਾਂਦੇ, ਮੈਟਰੋ ਤੋਂ ਬਾਹਰ ਨਿਕਲਦੇ ਤਾਂ ਉੱਪਰ ਬਹੁਤ ਸਾਰੇ ਬਲਾਸਟ ਹੋ ਰਹੇ ਸੀ। ਅਗਰ ਅਸੀਂ ਮੈਟਰੋ 'ਚ ਰਹਿੰਦੇ ਤਾਂ 3 ਘੰਟੇ ਸੀ, ਖਾਰਕਿਵ ਖਤਮ ਹੋ ਜਾਣਾ ਸੀ ਪੂਰਾ, ਮੈਸੇਜ ਆ ਚੁੱਕਾ ਸੀ।
ਸਾਡੇ ਕੋਲ ਬਹੁਤ ਉਸ ਟਾਈਮ ਅਸੀਂ 1% ਰਿਸਕ ਤੇ ਆਪਣੇ ਆਪ ਚੱਲ ਕੇ ਗਏ ਹੈ। ਬਿਲਕੁਲ ਸ਼ੈਲਿੰਗ ਹੋ ਰਹੀ ਸੀ ਉਸ ਦੇ ਅੰਦਰ, ਬਿਲਕੁਲ ਮਤਲਬ ਉਸ ਟਾਈਮ ਤਾਂ ਇਹਨਾਂ ਸੇ ਵੀ ਖਤਮ ਹੈ ਗਿਆ, ਅਸੀਂ ਮਤਲਬ ਜਾ ਨਹੀਂ ਖਤਮ ਸਕਦੇ ਸੀ। ਕਿਸੇ ਪਾਸੇ। ਸਾਡੇ ਕੋਲ ਸਿਰਫ ਅਸੀਂ 1% ਬਿਲੀਫ ਤੇ ਉਹ ਵੀ ਭਗਵਾਨ ਦਾ ਨਾਮ ਲੈ ਕੇ ਸਭ ਨੇ ਇੱਕ ਦੂਸਰੇ ਦਾ ਹੱਥ ਪਕੜ ਲਿਆ ਸੀ ਕਿ ਹੁਣ ਰਿਸਕ ਲੈਣਾ ਹੀ ਪੈਣਾ ਹੈ। ਉਸ ਟਾਈਮ ਅਸੀਂ ਨਿਕਲ ਗਏ ਸੀ। ਐਂਡ ਸੈਕਿੰਡ ਸਿਚੁਏਸ਼ਨ, ਜਦੋਂ ਅਸੀਂ ਬਾਰਡਰ ਤੋਂ ਮਤਲਬ ਖਾਰਕਿਵ ਤੋਂ ਅਸੀਂ ਪੈਸੋਚਿਨ ਬਾਰਡਰ ਟਰੈਵਲ ਕਰਕੇ ਗਏ 13 ਕਿਲੋਮੀਟਰ। ਉਸ ਟਾਈਮ ਉੱਥੇ ਦੀ ਆਰਮੀ ਨੇ ਸਾਡੇ 'ਤੇ ਗਨ ਕਰਨੀ, ਮਤਲਬ ਉਹਨਾਂ ਨੇ ਗਨ ਉੱਪਰ ਚੱਕ ਲਈ ਸੀ ਬਿਲਕੁਲ, ਮਤਲਬ ਫਾਇਰਿੰਗ ਕਰਨ ਵਾਲੇ ਸੀ। ਉਸ ਟਾਈਮ ਕਿਸੇ ਨੇ ਇੰਡੀਅਨ ਫਲੈਗ ਦਿਖਾਇਆ ਉਹਨਾਂ ਨੂੰ, ਇੰਡੀਅਨ ਫਲੈਗ, ਬਿਕੋਜ਼ ਅਸੀਂ ਇੰਡੀਅਨਸ ਹੈ। ਉਹਨਾਂ ਨੇ ਸਾਡੇ 'ਤੇ ਫਾਇਰਿੰਗ ਕਰਨੀ, 1 ਸੈਕਿੰਡ ਦਾ ਟਾਈਮ ਸੀ, ਅਗਰ ਉਹ ਨਾ ਦਿਖਾਉਂਦੇ ਸ਼ਾਇਦ ਉਸ ਟਾਈਮ ਸਾਡੇ 'ਤੇ ਫਾਇਰਿੰਗ ਹੋ ਜਾਂਦੀ, ਸਭ ਪੂਰੇ ਗਰੁੱਪ 'ਤੇ। ਉਹ ਬਹੁਤ ਹੀ ਸਕੇਰੀ ਸਿਚੁਏਸ਼ਨ ਸੀ ਉਸ ਟਾਈਮ, ਬਿਲਕੁਲ ਸਾਡੀ ਜਾਨ 'ਤੇ ਸੀ ਉਹ। ਆਈ ਥਿੰਕ ਇਸ ਟਾਈਮ ਸਾਨੂੰ ਭਗਵਾਨ ਨੇ ਹੀ ਬਚਾ ਲਿਆ। ਅਗਰ ਉਹ ਸ਼ਾਇਦ ਕਿਸੇ ਦੇ ਦਿਮਾਗ 'ਚ ਨਾ ਆਉਂਦਾ, ਉਹ ਸਾਡੇ 'ਤੇ ਬਿਲਕੁਲ, ਅਸੀਂ ਹੱਥ ਉੱਪਰ ਚੱਕ ਲਏ ਸੀ, ਸਾਡੇ 'ਤੇ ਫਾਇਰਿੰਗ ਹੋਣ ਵਾਲੀ ਸੀ। ਸਾਡੇ ਘਰ ਵਾਪਸ ਆਉਂਦੇ ਸਾਡੇ ਕੁਝ ਫਰੈਂਡਸ ਹਜੇ ਵੀ ਉੱਥੇ ਹੀ ਫਸੇ ਹੋਏ ਹੈ। ਸਾਨੂੰ ਇਹ ਕਿ ਅਸੀਂ ਇੱਥੇ ਵਾਪਸ ਆ ਗਏ, ਮਤਲਬ ਉਹੀ ਬਹੁਤ ਵੱਡੀ ਗੱਲ ਹੈ, ਕਿਉਂਕਿ ਜਿਸ ਤਰ੍ਹਾਂ ਅਸੀਂ ਫਸੇ ਹੋਏ ਸੀ ਸਾਨੂੰ ਬਿਲਕੁਲ ਬਿਲੀਵ ਨਹੀਂ ਸੀ ਕਿ ਅਸੀਂ ਵਾਪਸ ਵੀ ਆ ਜਾਵਾਂਗੇ। ਸਾਨੂੰ ਇੱਦਾਂ ਸੀ ਕਿ ਅਸੀਂ ਉੱਥੇ ਹੀ ਫਸੇ ਰਹਿ ਜਾਣਾ। ਸਭ ਤੋਂ ਮੇਨ ਹੈਲਪ ਕਰਨ ਸਰ ਨੇ ਬਹੁਤ ਕੀਤੀ, ਮਤਲਬ ਉਹਨਾਂ ਨੇ, ਸਾਡੇ ਸੀਨੀਅਰ ਸੀ ਕੁਝ, ਅਸੀਂ ਸਭ ਨੇ, ਮਤਲਬ ਉਹ ਵੀ ਲਗਾ ਲਓ ਕਿ ਅਸੀਂ ਸਾਰਿਆਂ ਨੇ ਮਿਲ ਕੇ ਇੰਨਾ ਕੋਆਪਰੇਟ ਕੀਤਾ, ਮਤਲਬ ਇੰਨੇ ਧਿਆਨ ਨਾਲ ਅਸੀਂ ਕਿਵੇਂ ਨਾ ਕਿਵੇਂ ਬਚਾ ਕੇ ਸਾਰੇ ਇਕੱਠੇ ਮਿਲ ਕੇ ਆਏ। ਅਸੀਂ ਜੋ ਵੀ ਕੀਤਾ ਆਪਣੇ ਦਮ 'ਤੇ ਕੀਤਾ। ਮਤਲਬ ਸਾਡੇ ਕੋਲ ਉਸ ਟਾਈਮ ਬਿਲਕੁਲ ਐਸਾ ਸੀ ਕਿ ਕੋਈ ਬੰਦਾ ਇਕੱਲਾ ਵੀ ਸੀ ਨਾ ਉਸ 'ਤੇ, ਉਹ ਵੀ ਮਤਲਬ ਉਸ ਦੀ ਜਾਨ ਵੀ ਜਾ ਸਕਦੀ ਸੀ ਅਗਰ ਉਹ ਫਸ ਜਾਂਦਾ ਉੱਥੇ। ਅਸੀਂ ਸਭ ਨੇ ਇਕੱਠੇ ਮਿਲ ਕੇ ਇੱਕ ਦੂਜੇ ਦੀ ਹੈਲਪ ਕਰਕੇ ਕਿਵੇਂ ਨਾ ਕਿਵੇਂ ਅਸੀਂ ਇਹ ਸਭ ਚੀਜ਼ਾਂ ਸਰਵਾਈਵ ਕਰਕੇ ਅਸੀਂ ਉੱਥੋਂ ਨਿਕਲ ਕੇ ਵਾਪਸ ਆ ਗਏ। ਹੁਣ ਤੁਸੀਂ ਵਾਪਸ ਆ ਚੁੱਕੇ ਹੋ, ਲੇਕਿਨ ਫਿਊਚਰ ਤੁਹਾਡਾ ਹਜੇ ਵੀ ਬਾਕੀ ਹੈ, ਕਾਫੀ ਲੰਬਾ ਸਮਾਂ ਦੇਖੋ ਤੁਸੀਂ ਵੈਸੇ ਬਲਾਸਟ ਉੱਥੇ ਬਹੁਤ ਹੋ ਰਿਹਾ, ਉੱਥੇ ਨੁਕਸਾਨ ਆਲਰੇਡੀ ਹੋ ਚੁੱਕਾ ਹੈ। ਸੋ ਫਿਊਚਰ ਇਹ ਹੁਣ ਉੱਥੇ ਦੀ, ਮਤਲਬ ਉਹ ਸਰ ਹਰਦੀਪ ਸਰ ਵਗੈਰਾ ਸਭ ਦੇਖਣਗੇ ਕਿ ਅੱਗੇ ਬੱਚਿਆਂ ਦਾ ਕੀ ਕਹਿਣਾ, ਕਿਉਂਕਿ ਬਹੁਤ ਬੱਚੇ ਉੱਥੇ ਮੈਡੀਕਲ ਦੇ ਉਹਨਾਂ ਨੇ ਫਿਊਚਰ ਦੇਖਿਆ ਹੋਇਆ, ਕੁਝ 6th ਈਅਰ 'ਚ ਵੀ ਸੀ, ਕੁਝ ਹੁਣ ਉਹਨਾਂ ਦੀ ਡਿਗਰੀ ਵੀ ਉਹਨਾਂ ਨੇ ਲੈਣੀ ਹੈ। ਸੋ ਇਹ ਹਜੇ ਅਸੀਂ ਥੋੜ੍ਹੇ ਟਾਈਮ ਦੇਖਾਂਗੇ। ਫਿਲਹਾਲ ਤਾਂ ਅਸੀਂ 2 ਮਹੀਨੇ ਲਈ ਇੱਥੇ ਇੱਕ ਵਾਰ ਸੇਫ ਆ ਚੁੱਕੇ ਹਾਂ। ਬੱਚੀ ਫਸੀ ਵੀ ਸੀ, ਤੁਹਾਡਾ ਇੱਥੇ ਕਿਸ ਤਰ੍ਹਾਂ ਦਾ ਦਿਨ ਬਤੀਤ ਹੋ ਰਹੇ ਸੀ? ਸਾਡੇ ਬਹੁਤ ਮਾੜੇ ਦਿਨ ਬਤੀਤ ਹੋ ਰਹੇ ਸੀ। ਰਾਤ ਨੂੰ ਅਸੀਂ 7.5-8 ਦਿਨ ਰੋਟੀ ਨਹੀਂ ਬਣੀ, ਇੱਕ ਟਾਈਮ ਅਸੀਂ ਬਰੈਡ ਖਾ ਲਈ, ਕਿਤੇ ਕੁਛ ਖਾ ਲਿਆ। ਸਾਡੇ ਦਿਲ 'ਚ ਕੀ ਵਾਪਰੀ ਸਾਨੂੰ ਪਤਾ। ਜਦੋਂ ਫੋਨ ਆਉਂਦਾ ਸੀ ਉਦੋਂ ਹੀ ਘਬਰਾ ਕੇ ਉੱਠਦਾ ਸੀ ਵੀ ਪਤਾ ਨਹੀਂ ਕਿਹੜੀ ਨਿਊਜ਼ ਸੁਣਨ ਨੂੰ ਮਿਲੂ। ਰਾਮਪੁਰਾ ਫੂਲ ਤੋਂ ਮੇਰੇ ਦੋਸਤ ਅਮਿਤ ਸ਼ਰਮਾ ਜੀ, ਜੋ ਕਿ ਸਾਡੇ ਪੜੋਸੀ ਵੀ ਨੇ, ਇਹਨਾਂ ਦੀ ਬੇਟੀ 3-4 ਮਹੀਨੇ ਪਹਿਲਾਂ ਮੈਡੀਕਲ ਦੀ ਸਿੱਖਿਆ ਲੈਣ ਲਈ ਕੀ ਵਿਖੇ ਗਈ ਸੀ। ਪਿਛਲੇ ਦਿਨੀ ਯੁੱਧ ਦੌਰਾਨ ਜ਼ਿੰਦਗੀ ਮੌਤ ਨਾਲ ਜੂਝਦੀ ਹੋਈ ਕੱਲ੍ਹ ਦੇਰ ਰਾਤ ਵਾਪਸ ਰਾਮਪੁਰਾ ਫੂਲ ਵਿਖੇ ਆ ਚੁੱਕੀ ਹੈ। ਸੋ ਅੱਜ 8 ਮਾਰਚ ਨੂੰ ਮੈਂ ਇਹਨੂੰ ਇੱਥੇ ਕੁਸ਼ਲ ਮੰਗਲ ਪਹੁੰਚਣ 'ਤੇ ਮਹਿਲਾ ਦਿਵਸ 'ਤੇ ਬਹੁਤ ਬਹੁਤ ਵਧਾਈ ਦਿੰਦਾ, ਔਰ ਨਾਲ ਹੀ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦਾ ਕਿ ਸਾਡੀ ਬੇਟੀ ਲਿਸ਼ਕਾ ਸ਼ਰਮਾ ਸਾਡੇ ਕੋਲ ਕੁਸ਼ਲ ਮੰਗਲ ਪਹੁੰਚ ਚੁੱਕੀ ਹੈ। ਔਰ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਬੇਨਤੀ ਹੈ ਕਿ ਜੋ ਇਹਨਾਂ ਦੀ ਬਾਕੀ ਰਹਿੰਦੀ ਪੜ੍ਹਾਈ ਹੈ ਕੇਂਦਰ ਸਰਕਾਰ ਆਪਣੇ ਖਰਚੇ ਤੋਂ ਪੂਰੀ ਕਰਾਵੇ, ਅਤੇ ਜਿਹੜੇ ਸਾਡੇ ਹੋਰ ਬੱਚੇ ਉੱਥੇ ਫਸੇ ਹੋਏ ਆ ਉਹਨਾਂ ਨੂੰ ਵੀ ਲਿਆਉਣ 'ਚ ਹੋਰ ਵੱਧ ਤੋਂ ਵੱਧ ਮਦਦ ਕਰੇ। ਇਹਨਾਂ ਸ਼ਬਦਾਂ ਲਈ ਬਹੁਤ ਬਹੁਤ ਧੰਨਵਾਦ।